ਨਿਤ ਧਿਆਵੋ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਹਰ ਗੋਬਿੰਦ ਸ਼ੁਭ ਸੁਮਤ ਪਰ। श्री हर राय जी नमो कर जोरी नमो श्री हर कृष्ण मनावो बहो। गुरु तेग बहादुर साहिब जी परम कृपाला जी परम। श्री गुरु गोबिंद सिंह विशाल धरों धरा पर पुन पुन सीसा जी पुन बंदों बार बार जगदीसा। जिसमें अमृत ज्ञान है माणक भगत वैराग। श्री गुरु ग्रंथ साहिब उदद बंदों कर अनुराग। एक अंकारा सतगुरु ते प्रसाद सच होए। वाहिगुरु जी की फतेह है बिघ्न बिनाशन सोए। वाहिगुरु जी की फतेह है बिघ्न बिनाशन सोए। जय डिठे मन तेरी है किल विख जन दूरे। सो क्यों विसरै माओ मैं जो रहा पर पूरे। सो क्यों विसरै माओ मैं जो रहा पर पूरे भरपूरे। सतनाम श्री वाहिगुरु साहिब जी। छल कर जारियो अगन पखाए। वाह छात छार चढ़वाए पचाए। मैं क्या तो हे कपट नह जानो। इसको पलटा तिस बिद ठानो। परम सन्मान आवर साहिब कमाल बारगाहे इनायत के मालक कलयुगी जीवों के उद्धार करता साहिब सहाबा जोत रूप हर आप। महिमा दे मालक धन धन गुरु पिता श्री गुरुदेव गुरु ग्रंथ साहिब महाराज जी दे मुबारक चरण कमलों च विराजमान गुरु प्यारी साध संगत। गुरुदेव जी की महान इनायत का सदका साढ़े सारियां दे सिर ते मेहरमतमई रखे हथ का सदका जीवन का अज का दिन भी प्राप्त होया। और इस नवे दिन की जो नवे जन्म समान है शाम अजीज़ुल नवाज गनीमुल खराज पातशाह कादरे हर कार बेकसारा यार साहिब गुरु गोबिंद सिंह महाराज जी दे चरण कमलों च प्राप्त होया। सतगुरु जी की अथा मेहर सदका सोदर चौंकी दे कीर्तन रहरास आरती आरता अरदासां बेनतियां जोदड़ियां फिर महाराज जी दे
ਪਵਿੱਤਰ ਹੁਕਮਨਾਮੇ ਆਪਨੇ ਝੋਲੀ 'ਚ ਪਵਾਏ ਹਨ। ਵਾਹਿਗੁਰੂ। ਕੁਝ ਸਮਾਂ ਹੋਰ ਸਾਹਿਬ ਗੁਰੂਦੇਵ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਉਹਨਾਂ ਦੀ ਪਾਵਨ ਜੀਵਨ ਗਾਥਾ, ਜੀਵਨ ਅੰਮ੍ਰਿਤ ਕਥੜੀਆਂ ਗੁਰੂ ਇਤਿਹਾਸ ਵਿਚਾਰ ਰਾਹੀਂ ਗੁਰੂ ਦੀਦਾਰ ਦਾ ਅਨੁਭਵ ਹੋ ਸਕੇ, ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੈ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਇਤਨਾ ਆਪ ਨੇ ਸਰਵਣ ਕੀਤਾ ਕਿ ਜਦ ਸੁਲਹੀ ਖਾਨ ਕੁਝ ਆਪਣੇ ਸਾਥੀਆਂ ਸਮੇਤ ਭੁੱਬਲ ਵਿੱਚ ਪੈ ਕੇ, ਬਲਦੇ ਹੋਏ ਭੱਠ 'ਚ ਪੈ ਕੇ ਅਤੇ ਆਪਣੇ ਹੀ ਗੰਡਾਸੇ ਨਾਲ ਉਸ ਦੀ ਗਰਦਨ ਵੀ ਕੱਟੀ ਗਈ ਅਤੇ ਸਾਰੇ ਸਰੀਰ ਦਾ ਪੁਰਥਾ ਬਣ ਗਿਆ। ਉਸ ਨੂੰ ਕਿਸੇ ਤਰ੍ਹਾਂ ਉਹਦੇ ਵਿੱਚੋਂ ਸ਼ਾਇਦ ਉਸ ਭੁੱਬਲ 'ਤੇ ਪਾਣੀ ਆਦਿਕ ਪਾ ਕੇ ਉਸ ਨੂੰ ਠੰਡਾ ਕਰਕੇ ਕੱਢਿਆ ਹੋਵੇਗਾ। ਉੱਪਰ ਕੀਮਤੀ ਦੁਸ਼ਾਲਾ ਪਾ ਦਿੱਤਾ ਪ੍ਰਿਥੀ ਚੰਦ ਜੀ ਨੇ, ਅਤੇ ਫਿਰ ਇਸ ਢੰਗ ਦੇ ਨਾਲ ਸੁਲਹੀ ਖਾਨ ਦਾ ਪੁੱਤਰ ਆਖਣ ਲੱਗਾ ਵੀ ਸਲ ਕਰ ਜਾ ਰਹੇ ਹੋ ਅਗਨ ਪਖਾਏ। ਮੇਰੇ ਪਿਤਾ ਨੂੰ ਬਾਬੇ ਪ੍ਰਿਥੀ ਚੰਦ ਨੇ ਸਲ ਨਾਲ ਮਾਰ ਦਿੱਤਾ, ਧੋਖੇ ਨਾਲ ਮਾਰ ਦਿੱਤਾ। ਅੱਗ ਥੱਲੇ ਬਲੀ ਹੋਈ ਸੀ, ਭਖਦੀ ਪਈ ਸੀ। ਸਾਧ ਸਾਰ ਚੜਵਾਏ ਪਚਾਏ। ਉਸ ਨੂੰ ਬਲਦੀ ਹੋਈ ਅੱਗ ਨੂੰ ਉੱਪਰੋਂ ਰਾਖ ਨਾਲ ਆਸਾਦਨ ਕਰ ਦਿੱਤਾ, ਢੱਕ ਦਿੱਤਾ, ਅਤੇ ਉਸ ਨੂੰ ਦੇਖ ਕੇ ਮੇਰਾ ਪਿਤਾ ਆਵੇ 'ਤੇ ਜਾ ਚੜ੍ਹਿਆ। ਇਸ ਤਰ੍ਹਾਂ ਦੁਖਦਾਈ ਉਹਨਾਂ ਦੇ ਸਰੀਰ ਦਾ ਅੰਤ ਹੋ ਗਿਆ। ਮੈਂ ਬਦਲਾ ਜ਼ਰੂਰ ਲਵਾਂਗਾ, ਛੱਡਾਂਗਾ ਨਹੀਂ। ਜਿਸ ਤਰ੍ਹਾਂ ਮੇਰਾ ਪਿਤਾ ਮਰਿਆ ਹੈ, ਇਸ ਤਰ੍ਹਾਂ ਹੀ ਮੈਂ ਪ੍ਰਿਥੀ ਚੰਦ ਨੂੰ ਮਾਰਾਂਗਾ। ਹੁਣ ਮੇਰਾ ਤੂੰ ਵੈਰੀ ਹੋ ਗਿਆ, ਦੁਸ਼ਮਣ ਹੋ ਗਿਆ। ਇਸ ਤਰ੍ਹਾਂ ਦੇ ਬੋਲ ਜਦ ਪ੍ਰਿਥੀ ਚੰਦ ਨੇ ਸੁਣੇ ਤੇ ਬਹੁਤ ਡਰ ਗਏ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ। ਜਿਤਨੇ ਭਾਗਸ਼ਾਲੀ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਇੱਕ ਵਾਰੀ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਜਦਾ ਕਰਦਿਆਂ ਹੋਏ ਆਖੋ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਹਾਂਜੀ। ਛਲ ਕਰ ਜਾਰਿਓ ਅਗਨ ਪਖਾਏ। ਆਖਣ ਲੱਗਾ ਤੁਸੀਂ ਮੇਰੇ ਪਿਤਾ ਨੂੰ ਛਲ ਕਰਕੇ, ਕਪਟ ਕਰਕੇ, ਛੜਯੰਤਰ ਰਚ ਕੇ ਤੇ ਅੱਗ ਵਿੱਚ ਭਖਦੀ ਹੋਈ ਵਿੱਚ ਪਾ ਕੇ ਮਾਰ ਦਿੱਤਾ ਹੈ। ਛਾਦ ਛਾਰ ਚੜਵਾਏ ਪਚਾਏ। ਉਸ ਨੂੰ ਬਲਦੀ ਹੋਈ ਭੁੱਬਲ ਨੂੰ, ਅੱਗ ਨੂੰ ਰਾਖ ਨਾਲ ਢੱਕ ਕੇ ਤੇ ਛਲ ਕੀਤਾ ਹੈ। ਮੈਂ ਕਿਆ ਤੋਹੇ ਕਪਟ ਨਹਿ ਜਾਨੋ। ਆਖਣ ਲੱਗਾ ਮੈਂ ਤੇਰੇ ਕਪਟ ਨੂੰ ਚੰਗੀ ਤਰ੍ਹਾਂ ਸਮਝਦਾ। ਬਾਬਾ ਪ੍ਰਿਥੀ ਚੰਦ ਜੀ ਨੂੰ ਮੁਖਾਤਬ ਹੋ ਕੇ
ਇਸ ਤਰ੍ਹਾਂ ਦੇ ਨਾਲ ਸਮਝ ਰਿਹਾ ਹੈ। ਹਾਂਜੀ, ਇਸ ਕੋ ਪਲਟਾ ਤਿਸ ਬਿਦ ਠਾਨੋ। ਇਸ ਦਾ ਬਦਲਾ ਮੈਂ ਇਸੇ ਹੀ ਤਰ੍ਹਾਂ ਲਵਾਂਗਾ। ਭਾਵ ਜਿਵੇਂ ਮੇਰਾ ਪਿਤਾ ਸੜਿਆ ਹੈ, ਸੜ ਕੇ ਮਰਿਆ ਹੈ, ਇਸ ਤਰ੍ਹਾਂ ਹੀ ਮੈਂ ਤੈਨੂੰ ਸਾੜ ਕੇ ਬਦਲਾ ਲਵਾਂਗਾ। ਇਤਿਆਦਿਕ ਸੁਨ ਪ੍ਰਿਥਿਆ ਡਰਿਓ। ਇਸ ਤਰ੍ਹਾਂ ਦੀਆਂ ਗੱਲਾਂ ਜਦ ਸੁਲਹੀ ਖਾਨ ਦੇ ਪੁੱਤਰ ਨੇ ਆਖੀਆਂ ਤੇ ਬਾਬਾ ਪ੍ਰਿਥੀ ਚੰਦ ਜੀ ਡਰ ਗਏ। ਚਹਰਿਦੈ ਤਿਸ ਹਰਖਨ ਕਰਿਓ। ਮਨ ਵਿੱਚ ਚਾਹੁੰਦੇ ਨੇ ਵੀ ਇਸ ਨੂੰ ਕਿਸੇ ਤਰ੍ਹਾਂ ਮੈਂ ਖੁਸ਼ ਕਰ ਲਵਾਂ, ਇਹ ਮੇਰੇ ਤੇ ਨਾਰਾਜ਼ ਨਾ ਰਵੇ ਤੇ ਵੈਰ ਨਾ ਪੈ ਜਾਏ। ਕਰ ਕੋ ਜੋਰਤ ਬਿਨੈ ਬਖਾਨਾ। ਹੱਥ ਜੋੜ ਕੇ ਸੁਲਹੀ ਖਾਨ ਦੇ ਪੁੱਤਰ ਦੇ ਸਾਹਮਣੇ ਬੇਨਤੀ ਕਰਨ ਲੱਗ। ਸਾਧ ਸੰਗਤ ਕਿਧਰੇ ਇਹੀ ਬੇਨਤੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਹਮਣੇ ਕਰ ਲੈਂਦੇ, ਵਾਹ। ਜਾਂ ਗੁਰੂ ਨਾਨਾ ਗੁਰੂ ਪਿਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਲੈਂਦੇ। ਕਿਉਂਕਿ ਜ਼ਿੰਦਗੀ ਦੇ 17 ਸਾਲ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਗੁਜ਼ਾਰੇ। ਜਨਮ ਤੋਂ ਕਿਸ਼ੋਰਾ ਅਵਸਥਾ ਤੱਕ ਨਾਲ ਰਹੇ, ਹੱਥ ਜੋੜ ਲੈਂਦੇ। ਫਿਰ 7 ਸਾਲ ਉਹ ਗੁਰੂ ਜੋਤ ਗੁਰੂ ਰਾਮਦਾਸ ਮਹਾਰਾਜ ਵਿੱਚ ਰਹੀ। ਇਸ ਤਰ੍ਹਾਂ 17 ਤੇ 7 ਕੋਈ 24 ਸਾਲ, 23-24 ਸਾਲ ਬਾਬਾ ਪ੍ਰਿਥੀ ਚੰਦ ਨਾਨਾ ਗੁਰੂਦੇਵ ਤੇ ਪਿਤਾ ਗੁਰੂਦੇਵ ਨਾਲ ਰਹੇ, ਪਰ ਹੱਥ ਨਹੀਂ ਜੋੜ ਸਕੇ। ਤੇ ਹੁਣ ਜਿਸ ਦਿਨ ਤੋਂ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਤੇ ਬਿਰਾਜੇ ਨੇ, ਵਿਰੋਧ ਹੀ ਕਰਦੇ ਪਏ। ਦੂਜਿਆਂ ਦੇ ਸਾਹਮਣੇ ਹੱਥ ਜੋੜ ਰਹੇ ਨੇ, ਆਪਣਿਆਂ ਦੇ ਸਾਹਮਣੇ ਨਹੀਂ। ਇਹ ਗੁਣ ਕਿਧਰੇ ਮਨੁੱਖ ਨੂੰ ਆ ਜਾਏ, ਆਪਣਿਆਂ ਦਾ ਮਾਣ ਕਰਨ ਦਾ। ਕੋਈ ਆਪਣੇ ਭਰਾਵਾਂ ਦਾ ਮਾਣ ਕਰ ਲਏ, ਕੋਈ ਆਪਣੀ ਭੈਣਾਂ ਦਾ ਮਾਣ ਕਰ ਲਏ, ਮਾਤਾ ਪਿਤਾ ਦਾ ਮਾਣ ਕਰ ਲਏ, ਆਪਣੇ ਪਰਿਵਾਰ ਦਾ, ਰਿਸ਼ਤੇਦਾਰ ਦਾ ਮਾਣ ਕਰਨਾ ਆ ਜਾਏ, ਪਰਮਾਤਮਾ ਉਸ ਦਾ ਮਾਣ ਤਿੰਨਾਂ ਲੋਕਾਂ ਵਿੱਚ ਕਰ ਦਿੰਦਾ। ਪਰ ਸਾਡਾ ਤੇ ਸੁਭਾਅ, ਅਸੀਂ ਆਪਣਿਆਂ ਦਾ ਹੀ ਅਪਮਾਨ ਕਰਦੇ। ਚਲੋ ਕਈ ਦਫਾ ਤਲਖੀ ਆ ਜਾਂਦੀ ਹੈ, ਜੇ ਕੁਝ ਮੁੱਖੋਂ ਕਿਹਾ ਗਿਆ ਹੋਵੇ, ਆਪਣਾ ਯਤਨ ਕਰੋ ਕੁਝ ਐਸਾ ਆਖਿਆ ਨਾ ਜਾਏ। ਪਰ ਜੇ ਕਿਧਰੇ ਆਖਿਆ ਜਾਏ ਤੇ ਝਟਪਟ ਮਾਫੀ ਮੰਗ ਲੈਣੀ ਚਾਹੀਦੀ, ਆਪਣਿਆਂ ਦੇ ਕੋਲੋਂ, ਭਰਾਵਾਂ ਕੋਲੋਂ, ਭੈਣਾਂ ਕੋਲੋਂ, ਰਿਸ਼ਤੇਦਾਰਾਂ ਕੋਲੋਂ। ਕਿਉਂਕਿ ਇਹ ਜਿਹੜੇ ਸਾਡੇ ਸੰਬੰਧ ਨੇ ਭਰਾਵਾਂ ਦੇ, ਭੈਣਾਂ ਦੇ, ਅਸੀਂ ਨਹੀਂ ਬਣਾਏ, ਇਹ ਸਾਡੇ ਦੁਆਰਾ ਬਣਾਏ ਹੋਏ ਨਹੀਂ। ਹਾਂ, ਬਾਕੀ ਗੱਲਾਂ ਬਾਰੇ ਅਸੀਂ ਕਹਿ ਸਕਦੇ ਹਾਂ ਵੀ ਕਾਰੋਬਾਰ ਮੈਂ ਖੜਾ ਕੀਤਾ, ਆਪਣੀ ਦੁਕਾਨ ਮੈਂ ਬਣਾਈ ਹੈ, ਜ਼ਮੀਨ ਮੈਂ ਬਣਾਈ ਹੈ, ਮਾਂ ਪਿਓ ਕੋਲੋਂ ਨਹੀਂ ਲਈ, ਆਪਣੀ ਪਦਵੀ ਮੈਂ ਬਣਾਈ ਹੈ, ਮੈਂ ਸਭ ਕੁਛ ਬਾਈ ਮਾਈ ਓਨ ਸਭ ਕੁਛ ਕੀਤਾ ਹੈ, ਕਹਿ ਸਕਦੇ। ਪਰ ਜਿਹੜੇ ਰਿਸ਼ਤੇ ਸਾਨੂੰ ਮਿਲੇ ਨੇ, ਭਰਾ ਜੋ ਮਿਲਿਆ ਅਸੀਂ ਥੋੜ੍ਹੀ ਬਣਾਏ, ਭੈਣ ਜੋ ਮਿਲੀ ਹੈ ਰਿਸ਼ਤਾ ਅਸੀਂ ਥੋੜ੍ਹੀ ਬਣਾਇਆ, ਮਾਤਾ ਪਿਤਾ ਜੋ ਮਿਲੇ ਨੇ ਇਹ ਰਿਸ਼ਤਾ ਅਸੀਂ ਥੋੜ੍ਹੀ ਬਣਾਇਆ। ਫਿਰ ਇਹ ਰਿਸ਼ਤਾ ਕਿਸ ਨੇ ਬਣਾਇਆ? ਮਹਾਰਾਜ ਕਹਿੰਦੇ ਨੇ ਮਾਤ ਪਿਤਾ ਸੁੱਤ ਬੰਧਪ ਭਾਈ, ਇਹ 5 ਰਿਸ਼ਤੇ ਗਿਣੇ ਮਹਾਰਾਜ ਜੀ। ਤੁਸੀਂ ਵੀ ਆਪਣੇ ਪੋਟਿਆਂ 'ਤੇ ਗਿਣ ਲੈਣਾ, ਮਾਤਾ ਪਿਤਾ ਪੁੱਤਰ, ਹੋਰ ਰਿਸ਼ਤੇਦਾਰ ਤੇ ਭਰਾ, ਮਾਤ ਪਿਤਾ ਸੁੱਤ ਬੰਧਪ ਭਾਈ। ਇਹ ਰਿਸ਼ਤੇ ਬਣਾਉਣ ਵਿੱਚ ਮਦਦਗਾਰ ਕੌਣ ਹੈ? ਸਾਹਿਬ ਕਹਿੰਦੇ ਨੇ ਨਾਨਕ ਹੋਆ ਪਾਰ ਬ੍ਰਹਮ ਸਹਾਈ। ਇਹ ਰਿਸ਼ਤਿਆਂ ਦੀ ਮਾਲਾ ਪਰਮਾਤਮਾ ਨੇ ਬਣਾਈ। ਹਰ ਰਿਸ਼ਤਾ ਸੁੱਚੇ ਮੋਤੀ ਵਰਗਾ ਹੈ, ਹਰ ਰਿਸ਼ਤਾ ਬੇਸ਼ਕੀਮਤੀ ਰਤਨ ਵਰਗਾ ਹੈ। ਤੇ ਇਸ ਰਤਨਾਂ ਦੀ ਮਾਲਾ ਬਣਾਉਣ ਵਾਲਾ ਸੂਤਰਧਾਰ ਪਰਮਾਤਮਾ ਆਪ ਹੈ।
ਤੇ ਜੇ ਅਸੀਂ ਰਿਸ਼ਤਿਆਂ ਦਾ ਅਪਮਾਨ ਕਰਦੇ ਹਾਂ, ਫਿਰ ਸਿੱਧਾ ਸਿੱਧਾ ਸਾਧ ਸੰਗਤ ਪਰਮਾਤਮਾ ਦਾ ਹੀ ਅਪਮਾਨ ਕਰਦੇ। ਤੇ ਜੇ ਪਰਮਾਤਮਾ ਦਾ ਹੀ ਅਪਮਾਨ ਕਰਦੇ ਹਾਂ ਤੇ ਫਿਰ ਸਨਮਾਨ ਦੀ ਦਾਤ ਕਿਹਦੇ ਕੋਲੋਂ ਮੰਗਾਂਗੇ? ਕੌਣ ਦੇਵੇਗਾ ਸਾਨੂੰ ਸਨਮਾਨ? ਪਰ ਮਨੁੱਖ ਭੁੱਲ ਜਾਂਦਾ। ਬਾਬਾ ਪ੍ਰਿਥੀ ਚੰਦ ਜੀ ਦਾ ਸਨਮਾਨ ਬਹੁਤ ਵੱਧ ਜਾਂਦਾ ਜੇ ਕਿਤੇ ਨਾਨਾ ਗੁਰੂ ਜੀ ਦਾ, ਪਿਤਾ ਗੁਰੂ ਜੀ ਦਾ, ਭਰਾਤਾ ਗੁਰੂ ਜੀ ਦਾ, ਇਹਨਾਂ ਰਿਸ਼ਤਿਆਂ ਦਾ ਸਨਮਾਨ ਕੀਤਾ ਹੁੰਦਾ ਤੇ ਬੇਗਾਨਿਆਂ ਦੇ ਸਾਹਮਣੇ ਹੱਥ ਕਿਉਂ ਜੋੜਨੇ ਪੈਂਦੇ? ਇਹ ਤਾਂ ਮੈਂ ਅਰਜ਼ ਕਰਾਂ, ਇਹ ਸਾਨੂੰ ਬਹੁਤ ਵੱਡੀ ਇੱਥੇ ਸਿੱਖਿਆ ਪ੍ਰਾਪਤ ਹੁੰਦੀ ਕਿ ਜੇ ਲੋੜ ਪਵੇ ਤੇ ਆਪਣਿਆਂ ਦੇ ਅੱਗੇ ਹੱਥ ਜੋੜ ਲਓ, ਬੇਗਾਨਿਆਂ ਦੇ ਸਾਹਮਣੇ ਹੱਥ ਨਹੀਂ ਜੋੜਨੇ ਪੈਣ। ਤੇ ਸਭ ਤੋਂ ਵੱਡਾ ਆਪਣਾ ਕੌਣ ਹੈ? ਉਹ ਮੈਂ ਅਰਜ਼ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕਲਗੀਧਰ ਪਾਤਸ਼ਾਹ ਸਾਡੇ ਆਪਣੇ, ਜਿਹੜੇ ਕਹਿੰਦੇ ਨੇ ਕਿ ਮੇਰੇ ਘਰ ਵਿੱਚ ਸਭ ਕੁਝ ਹੈ ਹੀ ਇਹਨਾਂ ਦਾ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਧਨ ਹੈ, ਸਭ ਹੀ ਇਨਹੀ ਕੋ। ਐਸੇ ਗੁਰੂ ਅੱਗੇ ਹੱਥ ਜੋੜੀਏ, ਫਿਰ ਹੋਰ ਕਿਧਰੇ ਜੋੜਨੇ ਨਹੀਂ ਪੈਂਦੇ। ਤੁਝ ਤੇ ਅਦਿਕ ਹੀ ਤੂੰ ਹਮ ਮਾਨੈ। ਹੱਥ ਜੋੜ ਕੇ ਕਹਿਣ ਲੱਗਾ, ਬਈ ਬੇਟਾ ਮੈਂ ਤੇਰੇ ਨਾਲੋਂ ਜ਼ਿਆਦਾ ਪਿਆਰ ਕਰਦਾ ਸੁਲਹੀ ਖਾਨ ਨਾਲ, ਤੇ ਸੁਲਹੀ ਖਾਨ ਵੀ ਜਿੰਨਾ ਤੈਨੂੰ ਪਿਆਰ ਕਰਦਾ ਨਾ, ਉਹ ਤੇਰੇ ਨਾਲੋਂ ਜ਼ਿਆਦਾ ਹਿੱਤੂ ਸਾਨੂੰ ਸਮਝਦਾ। ਮੈਂ ਉਸ ਨੂੰ ਆਪਣਾ ਹਿੱਤੂ ਸਮਝਦਾ, ਉਹ ਸਾਨੂੰ ਆਪਣਾ ਹਿੱਤੂ ਸਮਝਦੇ ਰਹੇ ਹਨ। ਹੋਣ ਹਾਰ ਕੋ ਲਖੈ ਨਾ ਕੋਈ। ਪਰ ਜਿਹੜੀ ਹੋਣਹਾਰ ਸੀ, ਜੋ ਕਰਤਾ ਪੁਰਖ ਦੇ ਦਰੋਂ, ਜੋ ਅਨਰੂਪਿਓ ਠਾਕੁਰ ਮੇਰੇ ਸਾਹਿਬ ਵੀ ਕਹਿੰਦੇ ਨੇ, ਹੋਏ ਰਹੀ ਸਾਬਾਤ, ਉਹ ਗੱਲ ਹੁੰਦੀ ਹੈ ਜੋ ਕਰਤਾ ਪੁਰਖ ਨੇ ਆਪ ਬਣਾਈ ਹੋਈ, ਆਪ ਰਚੀ ਹੋਈ। ਇਸ ਲਈ ਆਖਣ ਲੱਗੇ ਬਾਬਾ ਪ੍ਰਿਥੀ ਚੰਦ, ਬਈ ਜਾਣ ਬੁੱਝ ਕੇ ਨਹੀਂ ਕੀਤਾ, ਮੈਂ ਤੇ ਆਪਣੇ ਪ੍ਰਾਣ ਵੀ ਦੇ ਸਕਦਾ ਸੀ ਉਹਨਾਂ ਦੇ ਪ੍ਰਾਣ ਬਚਾਉਣ ਲਈ। ਅਚਵਤ ਸੁਧਾ ਹਲਾ ਹਲ ਹੋਈ। ਇਹ ਤਾਂ ਇੰਜ ਸੀ ਬਈ ਅੰਮ੍ਰਿਤ ਛਕਣ ਲੱਗੇ ਸੀ, ਅੰਮ੍ਰਿਤ ਪਦਾਰਥ, ਪਰ ਉਹ ਪਦਾਰਥ ਜ਼ਹਿਰ ਬਣ ਗਿਆ ਸੀ। ਵਾਕਈ ਪਦਾਰਥ ਜ਼ਿਆਦਾ ਦੇਰ ਪਿਆ ਰਵੇ ਨਾ, ਫਿਰ ਹਾਨੀਕਾਰਕ ਹੋ ਜਾਏ। ਕੋਈ ਵੀ ਪਦਾਰਥ ਲੈ ਲਓ ਤੁਸੀਂ, ਸਬਜ਼ੀ ਬਣਾ ਕੇ ਕੁਝ ਦੇਰ ਪਈ ਰਵੇ ਤੇ ਫਿਰ ਅਸੀਂ ਦੇਖਦੇ ਹਾਂ ਵੀ ਹੁਣ ਇਹ ਖਾਣ ਦੇ ਕਾਬਲ ਨਹੀਂ ਰਹਿ ਗਈ, ਜ਼ਹਿਰ ਵਰਗੀ ਹੋ। ਭੋਜਨ ਬਣਾਇਆ ਸੀ, ਤਿਆਰ ਕੀਤਾ ਸੀ, ਅੰਮ੍ਰਿਤ ਵਰਗਾ ਸੀ। ਮਹਾਰਾਜ ਜੀ ਦੇ ਬੋਲ ਵੀ ਨੇ, ਫਰਮਾਨ ਕਰਦੇ ਨੇ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕ੍ਰਿਤ, ਤਾਂ ਹੋਆ ਪਾਕ ਪਵਿੱਤਰ। ਇਹ ਪਵਿੱਤਰ ਭੋਜਨ ਬਣ ਗਿਆ। ਅੰਨ ਨੂੰ ਮਹਾਰਾਜ ਨੇ ਦੇਵਤਾ ਕਿਹਾ। ਹੋਰ 33 ਕਰੋੜ ਦੇਵਤਿਆਂ ਨੂੰ ਗੁਰਮਤਿ ਨਹੀਂ ਮੰਨਦੀ, ਉਹਨਾਂ ਦਾ ਜ਼ਿਕਰ ਕਰਦੀ ਬਈ ਉਹ ਸਾਰੇ ਪ੍ਰਮਾਤਮਾ ਦੀ ਆਰਾਧਨਾ ਕਰਦੇ ਨੇ। ਗੁਰਮਤਿ ਵਿੱਚ 33 ਕਰੋੜ ਦੇਵਤਿਆਂ ਦੇ ਮੰਨਣ ਦਾ ਜ਼ਿਕਰ ਨਹੀਂ, ਨਾ ਨੌ ਨਾਦ 84 ਸਿੱਧ, ਇਹਨਾਂ ਨੂੰ ਕਿਸੇ ਨੂੰ ਮੰਨਣ ਦਾ ਕੋਈ ਜ਼ਿਕਰ ਨਹੀਂ। ਜ਼ਿਕਰ ਵੈਸੇ ਹੈਗਾ, ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸਨਮੁਖ ਸਿੱਧ ਭੇਟਣ ਕੋ ਆਏ, ਜ਼ਿਕਰ ਹੈਗਾ, ਪਰ ਉਹਨਾਂ ਦੀ ਪੂਜਾ ਪ੍ਰਸਤਿਸ਼ ਦਾ ਕੋਈ ਵਿਧਾਨ ਨਹੀਂ। ਪਰ ਇਹ ਕੁਝ ਦੇਵਤਿਆਂ ਦਾ ਜ਼ਿਕਰ ਮਹਾਰਾਜ ਨੇ ਆਪ ਕੀਤਾ ਵੀ ਇਹ ਦੇਵਤੇ ਨੇ। ਅੰਨ ਦੇਵਤਾ, ਅੰਨ ਦੇਵਤਾ ਤੋਂ ਮੁਰਾਦ ਹੈ ਅੰਨ ਸਾਨੂੰ ਤਾਕਤ ਦੇ ਰਿਹਾ, ਖੂਨ ਦੇ ਰਿਹਾ, ਅੱਖਾਂ ਦੀ ਰੋਸ਼ਨੀ ਦੇ ਰਿਹਾ, ਕੰਨਾਂ ਦੀ ਸਰੋਤ ਦੇ ਰਿਹਾ, ਜੀਵਨ ਦੇ ਰਿਹਾ। ਪਾਣੀ, ਪਹਿਲਾ ਪਾਣੀ ਜੀਓ ਹੈ, ਦੇਣ ਵਾਲੇ ਦਾ ਨਾਮ ਦੇਵਤਾ ਹੁੰਦਾ। ਜੋ ਕੁਝ ਦਿੰਦਾ ਹੈ ਉਸ ਨੂੰ ਦੇਣ ਵਾਲਾ ਦੇਵਤਾ ਕਿਹਾ ਜਾਂਦਾ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ। ਹੁਣ ਕੋਈ ਸ਼ਿਕਵਾ ਕਰ ਸਕਦਾ, ਸ਼ੰਕਾ ਕਰ ਸਕਦਾ ਵੀ ਚਲੋ ਪਾਣੀ ਤਾਂ ਦੇਵਤਾ ਹੋਇਆ, ਅੱਗ ਤਾਂ ਸਾੜ ਦਿੰਦੀ ਨਹੀਂ। ਸਾੜਦੀ ਉਦੋਂ ਹੈ ਜਦੋਂ ਗਲਤ ਤਰ੍ਹਾਂ ਨਾਲ ਸੰਪਰਕ ਵਿੱਚ ਆਉਂਦੇ।
ਵੈਸੇ ਅੱਗ ਵੀ ਸਾਨੂੰ ਜੀਵਨ ਦਿੰਦੀ ਹੈ। ਸਾਡੇ ਸਰੀਰ ਵਿੱਚ ਜਠਰ ਅਗਨੀ ਹੈ, ਸਾਡੇ ਸਰੀਰ ਨੂੰ ਗਰਮ ਰੱਖਦੀ ਹੈ, ਭੋਜਨ ਸਾਡਾ ਬਣਾਉਂਦੀ ਹੈ। ਇਸ਼ਨਾਨ ਲਈ ਸਾਡਾ ਮੌਸਮ ਮੁਤਾਬਕ ਜਲ ਗਰਮ ਕਰਦੀ ਹੈ। ਗਰਮੀਆਂ ਹੋਣ ਤੇ ਰੈਫਰੀਜਰੇਟਰ ਵਿੱਚ ਉਹੀ ਅੱਗ ਪਾਣੀ ਠੰਡਾ ਕਰਦੀ। ਏਅਰ ਕੰਡੀਸ਼ਨਰ ਚੱਲਦੇ ਨੇ, ਮੋਟਰਾਂ, ਕਾਰਾਂ, ਹਵਾਈ ਜਹਾਜ਼, ਰੇਲਾਂ ਸਭ ਅਗਨ ਨਾਲ ਚੱਲ ਰਹੀਆਂ। ਇਸ ਲਈ ਅਗਨੀ ਵੀ ਦੇਵਤਾ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਨਮਕ ਵੀ ਸਾਨੂੰ ਜ਼ਿੰਦਗੀ ਦਿੰਦਾ ਹੈ। ਸਾਧ ਸੰਗਤ, ਜਿਵੇਂ ਕਿਸੇ ਦਾ ਖੂਨ ਘਟ ਜਾਏ, ਬਲੱਡ ਪ੍ਰੈਸ਼ਰ ਥੱਲੇ ਚਲਾ ਜਾਏ, ਬੰਦੇ ਦੀ ਮੌਤ ਹੋ ਸਕਦੀ ਹੈ। ਇਸ ਤਰ੍ਹਾਂ ਨਮਕ ਘਟਣ ਨਾਲ ਵੀ ਮੌਤ ਹੋ ਜਾਂਦੀ, ਸ਼ੂਗਰ ਘਟਣ ਨਾਲ ਵੀ ਮੌਤ ਹੋ ਜਾਂਦੀ। ਜੇ ਨਮਕ ਨਾ ਹੋਵੇ ਸਰੀਰ ਵਿੱਚ ਤਾਂ ਵੀ ਬੰਦੇ ਦੀ ਮੌਤ ਹੋ ਜਾਂਦੀ। ਇਹ ਮੈਨੂੰ ਕੈਨੇਡਾ ਵਿੱਚ ਪਤਾ ਚੱਲਿਆ ਸੀ। ਇੱਕ ਸੱਜਣ, ਉਹਨਾਂ ਕੋਲ ਹਿੱਲਿਆ ਜੁਲਿਆ ਨਹੀਂ ਜਾਂਦਾ ਸੀ, ਵੈਸੇ ਠੀਕ ਸਨ। ਮੈਂ ਉਹਨਾਂ ਦੇ ਘਰ ਠਹਿਰਿਆ। ਭਾਈ ਹਰਦੀਪ ਸਿੰਘ ਜੀ, ਜਸਦੀਪ ਸਿੰਘ ਜੀ ਬਾਜਵਾ ਸ਼ਾਇਦ ਉਹਨਾਂ ਦਾ ਨਾਮ ਹੈ, ਮੈਨੂੰ ਹੁਣ ਪੂਰਾ ਯਾਦ ਨਹੀਂ। ਓਟਵਾ ਵਿੱਚ ਉਹ ਕੈਨੇਡਾ ਪੁਲਿਸ ਵਿੱਚ ਵੱਡੇ ਅਫਸਰ ਨੇ। ਉਹਨਾਂ ਦੇ ਪਿਤਾ ਨੂੰ ਮੈਂ ਦੇਖਿਆ, ਉਹ ਚੰਗੇ ਗੁਰਮੁਖ ਜੀਵਨ ਵਾਲੇ ਸਨ, ਚੰਗੇ ਨਾਮ ਜਪਣ ਵਾਲੇ। ਉਹਨਾਂ ਦੇ ਘਰ ਮੈਂ ਹਫ਼ਤਾ ਰਿਹਾ, ਉੱਥੇ ਕਥਾ ਕਰਦਾ ਰਿਹਾ, ਨਾਲੇ ਗੁਰਦੁਆਰਾ ਸਾਹਿਬ ਉਹਨਾਂ ਲੈ ਜਾਣਾ, ਨਾਲੇ ਲੈ ਆਉਣਾ। ਅਤੇ ਉਹਨਾਂ ਦੇ ਪਿਤਾ ਬਹੁਤ ਢਿੱਲੇ ਢਿੱਲੇ ਚੱਲਦੇ ਸੀ। ਤਾਂ ਮੈਂ ਪੁੱਛਿਆ, ਮੈਂ ਕਿਹਾ ਤੁਹਾਡਾ ਚਿਹਰਾ ਤਾਂ ਦੇਖਣ ਨੂੰ ਠੀਕ ਲੱਗਦਾ, ਕੀ ਗੱਲ ਹੈ ਤੁਹਾਨੂੰ? ਉਹ ਮੈਨੂੰ ਕਹਿਣ ਲੱਗੇ ਵੀ ਸਾਡਾ ਨਮਕ ਘਟ ਜਾਂਦਾ, ਨਮਕ ਘਟਿਆ ਹੋਇਆ, ਇਸ ਨਾਲ ਮੌਤ ਵੀ ਹੋ ਸਕਦੀ। ਮੈਨੂੰ ਪਹਿਲੀ ਵਾਰੀ ਪਤਾ ਚੱਲਿਆ ਵੀ ਮਹਾਰਾਜ ਨੇ ਜੋ ਲੂਣ ਨੂੰ ਵੀ ਦੇਵਤਾ ਦੀ ਸੰਗਿਆ ਦਿੱਤੀ, ਇਹ ਵੀ ਜੀਵਨ ਦੇ ਰਿਹਾ, ਇਹ ਵੀ ਸਾਨੂੰ ਸੁੱਖ ਦੇ ਰਿਹਾ। ਚਾਹੀਦਾ ਹੈ ਸਰੀਰ ਵਿੱਚ ਨਮਕ, ਪਰ ਇੰਨਾ ਜ਼ਿਆਦਾ ਨਹੀਂ ਵੀ ਕਿਡਨੀਆਂ ਨੂੰ ਹੀ ਖਾ ਜਾਏ ਅਤੇ ਹੋਰ ਅੰਗਾਂ ਨੂੰ ਹੀ ਖਾ ਜਾਏ। ਇੱਕ ਲਿਮਟ ਵਿੱਚ, ਇੱਕ ਵਰਤੋਂ ਵਿੱਚ। ਇਹ ਦੈਵੀ ਗੁਣ ਇਹਨਾਂ ਵਿੱਚ ਮੌਜੂਦ ਨੇ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। ਪੰਜਵਾਂ ਪਾਇਆ ਘ੍ਰਿਤ, ਤਾਂ ਹੋਆ ਪਾਕ ਪਵਿੱਤ। ਇਹਨਾਂ ਵਿੱਚ ਪਵਿੱਤਰ ਘਿਓ ਪਾ ਦਿੱਤਾ ਅਤੇ ਫਿਰ ਪਵਿੱਤਰ ਭੋਜਨ ਤਿਆਰ ਹੋ। ਇਹ ਸਾਰੇ ਦੇਵਤੇ। ਇਸ ਢੰਗ ਦੇ ਨਾਲ ਸੁਲੇਹੀ ਖਾਨ ਕਹਿੰਦਾ, ਦੇਵਤਾ ਸਮਝ ਕੇ, ਅੰਮ੍ਰਿਤ ਸਮਝ ਕੇ, ਅੰਮ੍ਰਿਤ ਪਦਾਰਥ ਸਮਝ ਕੇ ਕੋਈ ਛਕ ਰਿਹਾ ਹੋਵੇ, ਪਰ ਉਹ ਜ਼ਹਿਰ ਬਣ ਜਾਏ। ਅਸੀਂ ਕਹਿ ਦਿੰਦੇ ਹਾਂ ਕਿਸੇ ਵੇਲੇ ਵੀ ਨਮਕ ਤਾਂ ਦਾਲ ਵਿੱਚ ਜ਼ਹਿਰ ਪਾਇਆ ਹੋਇਆ, ਕਈ ਵਾਰੀ ਕਹਿ ਦਿੰਦੇ, ਮੂੰਹ ਨਿਕਲ ਜਾਂਦਾ। ਉਹ ਪਦਾਰਥ ਪੁਰਾਣਾ ਹੋ ਜਾਏ, ਰੋਟੀ ਪੁਰਾਣੀ ਹੋ ਜਾਏ, ਦਾਲ ਪੁਰਾਣੀ ਹੋ ਜਾਏ, ਬਣੀ ਬਣੀ ਪਈ ਰਹੇ, ਫਿਰ ਖਾਣ ਦੇ ਕੰਮ ਨਹੀਂ ਆਉਂਦੀ, ਸੁੱਟੀ ਜਾਂਦੀ। ਇਸ ਤਰ੍ਹਾਂ ਪ੍ਰੀਤੀ ਚੰਦ ਕਹਿੰਦੇ ਨੇ ਵੀ ਅੰਮ੍ਰਿਤ ਪਦਾਰਥ ਛਕਣ ਦਾ ਯਤਨ ਸੀ, ਪਰ ਇਹ ਜ਼ਹਿਰ ਬਣ ਗਿਆ ਹੈ। ਪਾਲਿਆ ਧੇਨ ਦੂਧ ਕੇ ਲੈਵੇ। ਜਿਵੇਂ ਕਿਸੇ ਗਵਾਲੇ ਨੇ ਗਊ ਪਾਲੀ ਹੋਵੇ ਦੁੱਧ ਪ੍ਰਾਪਤ ਕਰਨ ਵਾਸਤੇ, ਪਰ ਜਿਮ ਹੋਏ ਸ਼ੇਰ ਉਠੇ ਤਨ ਖਾਵੇ। ਪਰ ਉਹ ਗਊ ਨਾ ਬਣੇ, ਸ਼ੇਰ ਬਣ ਕੇ ਅਗਲੇ ਦਾ ਤਨ ਖਾ ਜਾਏ। ਮੇਰੇ ਨਾਲ ਇਸ ਤਰ੍ਹਾਂ ਹੋਇਆ ਹੈ। ਕਹੋ ਕਹਾ ਕੁਛ ਬਾਤ ਨ ਕਹਿਵੇ। ਆਖਣ ਲੱਗਾ, ਹੈ ਪ੍ਰੀਤੀ ਚੰਦ ਦੇ ਪੁੱਤਰ, ਮੈਂ ਗੱਲ ਕੀ ਕਰਾਂ, ਹੁਣ ਮੇਰੇ ਕੋਲ ਅੱਖਰ ਨਹੀਂ ਰਹੇ। ਮੁਝ ਤਜ ਚੜਿਓ ਤੁਰਤ ਭਾ ਦਹਵੇ। ਮੈਂ ਪਿੱਛੇ ਲਘੂ ਸ਼ੰਕਾ ਨਿਵਾਰਨ ਲੱਗ ਪਿਆ ਤੇ ਦੌੜ ਕੇ ਚੜ ਗਿਆ। ਮੈਂ ਨਾਲ ਨਹੀਂ ਸੀ ਤੇ ਇਸ ਤਰ੍ਹਾਂ ਇਹਦੀ ਮੌਤ ਹੋ ਗਈ ਹੈ। ਅਪਰ ਅਨੇਕ ਦੀਨਤਾ ਲਹ ਲਹ। ਹੋਰ ਇਸ ਤਰ੍ਹਾਂ ਬਹੁਤ ਸਾਰੀ ਦੀਨਤਾ ਜਿਹੜੀ ਹੈ, ਨਿਮਰਤਾ, ਨਿਵਾਣਾ ਹੋ ਕੇ ਸਮਝਾਵਤ ਬਹੁ ਪਾਤਨ ਕਹਿ ਕਹਿ। ਬੜੇ ਉਦਾਹਰਨਾਂ ਦੇ ਦੇ ਕੇ ਸੁਲਹੀ ਖਾਨ ਦੇ ਪੁੱਤਰ ਨੂੰ ਨਰਮ ਕਰਨਾ ਚਾਹ ਰਹੇ ਹਨ। ਤਿਨ ਸੰਗਨ ਕੋ ਗਨ ਧਨ ਦੀਨੋ। ਉਹਦੇ ਜਿਹੜੇ ਨਾਲ ਸਾਥੀ ਹੋਰ ਆਏ ਸਨ, ਉਹਨਾਂ ਨੂੰ ਵੀ ਬਹੁਤ ਧਨ ਦਿੱਤਾ, ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਆਦਿਕ ਭੇਟ ਕੀਤੀਆਂ। ਨੀਠ ਨੀਠ ਪਰ ਚਾਵਣ ਕੀਨੋ। ਫਿਰ ਇਸ ਤਰ੍ਹਾਂ ਹੌਲੀ ਹੌਲੀ ਉਹਨਾਂ ਨੂੰ ਪਰਚਾਇਆ, ਉਹਨਾਂ ਨੂੰ ਸਮਝਾਇਆ
ਤੇ ਉਹ ਵੀ ਧਨ ਲੈ ਕੇ ਪ੍ਰਿਥੀ ਚੰਦ ਦੇ ਮੁੰਡੇ ਨੂੰ ਕਹਿਣ ਲੱਗ ਪਏ ਬਈ ਬਾਬਾ ਪ੍ਰਿਥੀ ਚੰਦ ਠੀਕ ਕਹਿੰਦੇ। ਸੁਲਹੀ ਖਾਨ ਦੇ ਮੁੰਡੇ ਨੂੰ ਸਮਝਾਉਣ ਲੱਗ ਪਏ ਬਈ ਬਾਬਾ ਪ੍ਰਿਥੀ ਚੰਦ ਠੀਕ ਕਹਿੰਦੇ ਨੇ, ਕੋਈ ਵੈਰ ਨਹੀਂ ਸੀ, ਬੜੀ ਮਿੱਤਰਤਾ ਸੀ, ਬੜੀ ਨੇੜਤਾ ਸੀ। ਇਹਨਾਂ ਨੇ ਤੈਨੂੰ ਪਤਾ ਹੈ ਕੱਲ੍ਹ ਸਾਡਾ ਬੜਾ ਸਵਾਗਤ ਕੀਤਾ, ਅੱਜ ਵੀ ਬੜੇ ਉਤਸ਼ਾਹ ਨਾਲ ਬੜੇ। ਤੇ ਉਸ ਵੇਲੇ ਵਾਕਈ ਇਹ ਪਿੱਛੇ ਰਹਿ ਗਏ ਸਨ ਸਰੀਰਕ ਕਿਰਿਆ ਲਈ, ਤੇ ਤੇਰੇ ਪਿਤਾ ਦੌੜ ਕੇ ਉੱਪਰ ਚੜ੍ਹ ਗਏ ਵੀ ਉੱਪਰ ਚੜ੍ਹ ਕੇ ਉੱਚੀ ਜਗ੍ਹਾ ਸਾਰੇ ਦ੍ਰਿਸ਼ ਦੇਖਦੇ ਹਾਂ। ਇਸ ਤਰ੍ਹਾਂ ਉਹਨਾਂ ਦੀ ਮੌਤ ਹੋ ਗਈ। ਇਸ ਮੌਤ ਦਾ ਜ਼ਿੰਮੇਵਾਰ ਬਾਬਾ ਪ੍ਰਿਥੀ ਚੰਦ ਨਹੀਂ। ਇਸ ਤਰ੍ਹਾਂ ਧਨ ਲੈ ਕੇ ਉਹਨਾਂ ਨੇ ਸੁਲਹੀ ਖਾਨ ਦੇ ਪੁੱਤਰ ਨੂੰ ਸਮਝਾਉਣ ਦਾ ਯਤਨ ਕੀਤਾ। ਵੈਸੇ ਮੈਂ ਅਰਜ਼ ਕਰਾਂ ਸਤਿਗੁਰੂ ਇਸ ਸ਼ਬਦ ਨੂੰ ਖੋਲ੍ਹਦੇ ਨੇ ਬਈ ਜ਼ਿੰਮੇਵਾਰ ਕੌਣ ਹੈ ਤੇ ਕਿਉਂ ਹੋਇਆ, ਪਰ ਹੁਣੇ ਅਸੀਂ ਅੱਗੇ ਸ਼ਬਦ ਵਿੱਚ ਸਰਵਣ ਕਰਾਂਗੇ। ਅਪਰ ਦੁਸਾਲੇ ਬਸਤਰ ਅਛੇਰੇ। ਬਾਬਾ ਪ੍ਰਿਥੀ ਚੰਦ ਨੇ ਹੋਰ ਬਹੁਤ ਸਾਰੇ ਕੀਮਤੀ ਦੁਸਾਲੇ, ਕੀਮਤੀ ਪਸ਼ਮੀਨੇ ਆਦਿਕ ਦੇ ਬਸਤਰ, ਧਨ, ਘੋੜੇ, ਘਿਓ, ਦਾਣਾ ਆਦਿਕ ਉਹਨਾਂ ਨੂੰ ਭੇਟ ਕੀਤਾ। ਬਾਜੀ ਚਪਲ ਜਮੂਲ ਬਡੇਰੇ। ਔਰ ਵੱਡੇ ਮੁੱਲ ਦੇ ਘੋੜੇ, ਬੜੇ ਤੇਜ਼ ਚਾਲ ਚੱਲਣ, ਬੜੇ ਚੰਚਲ, ਬੜੇ ਤੇਜ਼, ਬੜੇ ਚਲਾਕ ਕਿ ਬੰਦੇ ਦੀ ਅੱਖ ਦੀ ਪੁਤਲੀ ਜਿੱਧਰ ਮੁੜੇ ਘੋੜਾ ਉਧਰ ਪਹਿਲੇ ਹੀ ਮੁੜ ਜਾਏ। ਘੋੜੇ ਜਿਹੜੇ ਨੇ ਪਹਿਲੇ ਹੀ ਮੁੜ ਜਾਣ। ਕੁਝ ਪਸ਼ੂ ਇਸ ਤਰ੍ਹਾਂ ਬੜੇ ਸਿਆਣੇ ਹੋ ਜਾਂਦੇ। ਜੈਸੇ ਮੈਂ ਅਰਜ਼ ਕਰਾਂ ਪਿੰਡਾਂ ਵਿੱਚ ਕਈ ਬੈਲ ਦੇਖਣ ਵਿੱਚ ਆਉਂਦੇ। ਹੁਣ ਤਾਂ ਬੈਲਾਂ ਦਾ ਸਮਾਂ ਨਹੀਂ ਰਿਹਾ। ਪੁਰਾਣੇ ਸਮੇਂ ਵਿੱਚ ਦੇਖਣ ਵਿੱਚ ਕੁਝ ਬੈਲ ਐਸੇ ਹੁੰਦੇ ਸਨ, ਜੇ ਮਾਲਕ ਨੇ ਗੱਡੀ ਲੱਦ ਲਈ ਹੈ ਨਾ ਤੇ ਉਹ ਆਪਣੇ ਆਪ ਜੂਲੇ ਦੇ ਥੱਲੇ ਆ ਕੇ ਆਪਣਾ ਮੋਢਾ, ਆਪਣੀ ਗਰਦਨ ਕਰ ਦਿੰਦੇ ਸਨ ਵੀ ਚਲੋ ਘਰ ਨੂੰ ਚੱਲੀ। ਫਸਲ ਨੂੰ ਜਾਂਦੇ ਹੋਏ ਮੂੰਹ ਨਹੀਂ ਮਾਰਦੇ ਸੀ, ਜੋ ਮਾਲਕ ਖਾਣ ਨੂੰ ਦੇਵੇ ਉਹੀ ਖਾਂਦੇ ਸੀ। ਇਸ ਤਰ੍ਹਾਂ ਕਈ ਕੁੱਕਰ ਵੀ ਹੁੰਦੇ ਨੇ, ਬੜੇ ਸਿਆਣੇ ਬੰਦਿਆਂ ਵਾਂਗੂ ਹੋ ਜਾਂਦੇ। ਕਈ ਪੰਛੀ ਹੁੰਦੇ। ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨੀਲਾ ਘੋੜਾ ਇੰਨਾ ਸਿਆਣਾ ਹੋ ਗਿਆ, ਉਹਦੀ ਮੱਤ ਜਿਹੜੀ ਸੀ ਬਹੁਤ ਉੱਤਮ ਹੋ ਗਈ। ਮਹਾਰਾਜ ਨੇ ਜਦ ਕਿਹਾ ਬਈ ਤਮਾਕੂ ਬੱਜਰ ਕੁਰੈਤ ਹੈ ਤੇ ਉਹਦੇ ਖੇਤ ਵਿੱਚ ਪੈਰ ਨਹੀਂ ਪਾਇਆ ਸੀ ਘੋੜੇ। ਹਾਲਾਂਕਿ ਤਮਾਕੂ ਉਸ ਖੇਤ 'ਚੋਂ ਵੱਢਿਆ ਜਾ ਚੁੱਕਿਆ ਸੀ, ਸਿਰਫ ਖੇਤ ਵਿੱਚ ਕੋਈ ਜੜ ਹੋਵੇਗੀ। ਘੋੜੇ ਨੇ ਨਾ ਕਰ ਦਿੱਤੀ ਵੀ ਮਹਾਰਾਜ ਮੈਂ ਇਸ ਖੇਤ ਵਿੱਚ ਪੈਰ ਨਹੀਂ ਰੱਖਣਾ, ਕਿਉਂਕਿ ਸਿੱਖੀ ਵਾਸਤੇ ਬੱਜਰ ਕੁਰੈਤ ਤਮਾਕੂ ਵਾਲਾ ਖੇਤ ਹੈ। ਬਹੁਤ ਸਿਆਣਾ ਹੋ ਗਿਆ, ਪ੍ਰਸਾਦੀ ਹਾਥੀ। ਮਹਾਰਾਜ ਜੀ ਦੇ ਮਗਰ ਮਗਰ ਚੱਲਦੇ ਰਹਿਣਾ, ਦੀਵਾਨ ਵਿੱਚ ਨਾਲ ਚਲੇ ਜਾਣਾ ਤੇ ਫਿਰ ਉੱਥੇ ਚੌਰ ਕਰਨਾ। ਫਿਰ ਮਹਾਰਾਜ ਜੀ ਨੇ ਆਉਣਾ ਤੇ ਫਿਰ ਜੋੜਾ ਅੱਗੇ ਰੱਖਣਾ ਗੁਰੂ ਗੋਬਿੰਦ ਸਿੰਘ ਮਹਾਰਾਜ। ਇਸ ਤਰ੍ਹਾਂ ਚਰਨ ਧੁਆਉਣ ਲੱਗ ਪੈਣਾ ਮਹਾਰਾਜ। ਤੇ ਮਜਾਲ ਹੈ ਕੋਈ ਮਲ ਮੂਤਰ ਦਾ ਤਿਆਗ ਕਦੀ ਦੀਵਾਨ 'ਚ ਕੀਤਾ ਹੋਵੇ ਨਾ। ਸਤਿਗੁਰੂ ਜੀ ਦੀਆਂ ਪਰਿਕਰਮਾ ਹੀ ਕਰਦਾ ਰਿਹਾ। ਦੂਰ ਕਿਉਂ ਜਾਈਏ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਸ਼ੁਭ ਤਰੰਗਾਂ ਸੋਹਣ ਨਾਲ ਇੱਕ ਅਜਗਰ ਸੱਪ ਇੰਨਾ ਸਿਆਣਾ ਹੋ ਗਿਆ ਕਿ ਸ਼ਿਕਾਰ ਕਰਨ ਆਇਆ ਸੀ, ਪਰ ਗੁਰੂ ਨਾਨਕ ਦੇਵ ਜੀ ਨੂੰ ਛਾਂ ਕਰਨ ਲੱਗ ਪਿਆ। ਐਸਾ ਹੋ ਜਾਂਦਾ ਹੈ, ਮੈਂ ਅਰਜ਼ ਕਰਾਂ ਕੁਝ ਸਿਆਣੇ ਹੋ ਜਾਂਦੇ। ਇਹਨੇ ਵੀ ਬੜੇ ਸਿਆਣੇ, ਚਪਲ, ਚੰਚਲ, ਚਲਾਕ ਤੇ ਵੱਡੇ ਮੁੱਲ ਦੇ ਘੋੜੇ ਨਾਲ ਦੇ ਸਾਥੀਆਂ ਨੂੰ ਗਿਫਟ ਕੀਤੇ। ਦਰਬ ਸਮੇਤ ਬਿਨੈ ਬਹੁ ਕੀਨ। ਤੇ ਨਾਲੇ ਬੜੀਆਂ ਬੇਨਤੀਆਂ ਕੀਤੀਆਂ, ਬੜੇ ਤਰਲੇ ਲਏ, ਬੜੇ ਹਾੜੇ ਕੱਢੇ ਵੀ ਮੇਰੀ ਗਲਤੀ ਕੋਈ ਨਹੀਂ, ਮੇਰਾ ਅਪਰਾਧ ਕੋਈ ਨਹੀਂ, ਤੂੰ ਮਨ ਵਿੱਚ ਨਾ ਲਿਆ, ਇਹ ਕੁਦਰਤੀ ਭਾਣਾ ਵਰਤਿਆ ਹੈ। ਸੁਲਹੀ ਸੁਤ ਕੋ ਪ੍ਰਿਥੀਏ ਦੀਨ। ਇਸ ਤਰ੍ਹਾਂ ਸੁਲਹੀ ਖਾਨ ਦੇ ਮੁੰਡੇ ਨੂੰ ਪ੍ਰਿਥੀ ਚੰਦ ਜੀ ਨੇ ਬੇਸ਼ਕੀਮਤੀ ਵਸਤੂਆਂ, ਧਨ, ਬੇਸ਼ਕੀਮਤੀ ਘੋੜੇ ਭੇਟਾ ਕੀਤੇ। ਉਹ ਦਿਨ ਰਹਿ ਕਰ ਦਿੱਲੀ ਗਇਓ। ਤੇ ਉਹ ਕੁਝ ਦਿਨ ਨਾਲ ਰਹਿ ਕੇ ਪਿਤਾ ਨੂੰ ਦਫਨ ਕਰ ਦਿੱਤਾ ਤੇ ਫਿਰ ਦਿੱਲੀ ਲਈ ਰਵਾਨਾ ਹੋਇਆ। ਜਹਾਂਗੀਰ ਕੇ ਢਿਗ ਕਹਿ ਦਿਓ। ਤੇ ਜਹਾਂਗੀਰ ਦੇ ਕੋਲ ਜਾ ਕੇ ਉਸਨੇ ਸੁਲਹੀ ਖਾਨ ਦੇ ਪੁੱਤਰ ਨੇ, ਦੇਖੋ ਧਨ ਐਸੀ ਚੀਜ਼ ਹੈ ਨਾ,
ਉਹ ਧਨ ਮਿਲਿਆ ਤੇ ਪਹਿਲੇ ਧਨ ਨਹੀਂ ਮਿਲਿਆ ਇਸ ਤੇ ਦੁਸ਼ਮਣ ਕਹਿ ਰਿਹਾ ਸੀ, ਤੇ ਮੁੜ ਕੇ ਬਾਦਸ਼ਾਹ ਦੇ ਕੋਲ ਜਾ ਕੇ ਤੇ ਤਾਰੀਫ ਵੀ ਕੀਤੀ ਪ੍ਰਿਥੀ ਚੰਦ ਦੀ, ਤੇ ਨਾਲੇ ਇਸ ਢੰਗ ਨਾਲ ਕਹਿ ਦਿੱਤਾ, ਜਰਿਓ ਅਚਾਨਕ ਆਵੇ ਜਾਏ। ਆਖਣ ਲੱਗਾ ਕਿ ਅਚਾਨਕ ਜਿਹੜਾ ਨਾ ਉਹ ਐਕਸੀਡੈਂਟ ਹੋ ਗਿਆ, ਅਚਾਨਕ ਆਵੇ ਵਿੱਚ ਚਲਾ ਗਿਆ ਮੇਰਾ ਪਿਤਾ, ਤੇ ਸੜ ਕੇ ਉਹਦੀ ਮੌਤ ਹੋ ਗਈ। ਹੋਣਹਾਰ ਨ ਮਿਟਹਿ ਕਦਾਏ, ਕਿਉਂਕਿ ਜਿਹੜੀ ਹੋਣਹਾਰ ਹੁੰਦੀ ਉਹ ਮਿਟਦੀ ਨਹੀਂ ਹੈ। ਪ੍ਰਿਥਿਆ ਰਹਿਓ ਬਿਸੂਰਤ ਭਾਰੋ। ਪਰ ਇਸ ਪਾਸੇ ਬਾਬਾ ਪ੍ਰਿਥੀ ਚੰਦ ਬਹੁਤ ਝੂਰਦੇ ਰਹੇ, ਬਹੁਤ ਚਿੰਤਾ ਵਿੱਚ ਪਏ ਰਹੇ ਵੀ ਮੈਂ ਸੋਚਿਆ ਕੁਝ ਹੋਰ ਸੀ ਤੇ ਹੋ ਕੁਝ ਹੋਰ ਗਿਆ। ਮੈਂ ਸੋਚਿਆ ਸੀ ਮੇਰੇ ਛੋਟੇ ਭਰਾ ਨੂੰ ਮਾਰ ਕੇ ਮੈਨੂੰ ਗੁਰਗੱਦੀ ਦਿਵਾ ਜਾਏਗਾ, ਤੇ ਮੇਰਾ ਖਰਚਾ ਵੀ ਬਹੁਤ ਹੋ ਗਿਆ, ਬੜੇ ਘੋੜੇ ਦੇਣੇ ਪੈ ਗਏ, ਬੜੇ ਬਸਤਰ ਆਦਿਕ ਧਨ ਦੇਣਾ ਪੈ ਗਿਆ, ਕਿਤਨਾ ਹੀ ਘਿਓ ਗੱਡਿਆਂ ਦੇ ਗੱਡੇ ਦੇਣਾ ਪੈ ਗਿਆ, ਤੇ ਮੇਰਾ ਬਣਿਆ ਵੀ ਕੱਖ ਨਹੀਂ। ਮੇਰਾ ਭਰਾ ਫਿਰ ਉਸੇ ਹੀ ਆਨ ਸ਼ਾਨ ਨਾਲ ਚੱਲਦਾ ਪਿਆ, ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ। ਸ੍ਰੀ ਅਰਜਨ ਸਰਾਪਿਓ ਤਨ ਜਾਰੋ। ਔਰ ਇਸ ਤਰ੍ਹਾਂ ਲੱਗਦਾ ਵੀ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਸ਼ਰਾਪ ਦੇ ਦਿੱਤਾ। ਮੈਂ ਅਰਜ਼ ਕੀਤੀ ਸੀ ਮਹਾਰਾਜ ਨੇ ਸ਼ਰਾਪ ਨਹੀਂ ਦਿੱਤਾ, ਸੁਤੇ ਸਿਧਾਖ ਦਿੱਤਾ ਵੀ ਜਦ ਦੇਖਿਆ ਸੰਗਤਾਂ ਬਹੁਤ ਚਿੰਤਾ ਕਰ ਰਹੀਆਂ, ਗਮਗੀਨੀ ਵਿੱਚ ਨੇ, ਤੇ ਆਖਿਆ ਵੀ ਚਿੰਤਾ ਨਾ ਕਰੋ, ਸਾਡੇ ਤੱਕ ਨਹੀਂ ਪਹੁੰਚੇਗਾ, ਸਾਡਾ ਰਾਖਾ ਪਰਮਾਤਮਾ ਆਪ ਹੈ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਜਿਹੜਾ ਸਿੱਖ ਵੀ ਗੁਰੂ ਦਾ ਸ਼ਬਦ ਜਪਦਾ ਜਾਂਦਾ ਨਾ, ਉਹਦੀ ਰਾਖੀ ਹੁੰਦੀ ਰਹਿੰਦੀ। ਕਈ ਵਾਰੀ ਲੋਕ ਉਹਨੂੰ ਫਿਜ਼ੀਕਲੀ, ਮੈਂਟਲੀ, ਆਰਥਿਕਤਾ ਨਾਲ, ਇਕਨੋਮਿਕਲੀ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ, ਪਰ ਉਹਦੀ ਰਾਖੀ ਗੁਰੂ ਕਰ ਰਿਹਾ ਹੁੰਦਾ, ਉਹਦਾ ਨੁਕਸਾਨ ਕੋਈ ਹੁੰਦਾ ਨਹੀਂ, ਸਗੋਂ ਦਿਨ ਪ੍ਰਤੀ ਦਿਨ ਉਹਦਾ ਸਨਮਾਨ ਹੋਰ ਵੱਧਦਾ ਜਾਂਦਾ। ਇਸ ਤਰ੍ਹਾਂ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਇਹ ਸੋਚ ਰਿਹਾ ਬਈ ਸਨਮਾਨ ਹੋਰ ਵੱਧ ਗਿਆ, ਉਹਨਾਂ ਦਾ ਸ਼ਰਾਪ ਦਿੱਤਾ ਪੂਰਾ ਹੋ ਗਿਆ। ਦਰਅਸਲ ਗੁਰੂ ਅਰਜਨ ਦੇਵ ਜੀ ਦਾ ਸਨਮਾਨ ਤਾਂ ਹੈਗਾ ਹੀ ਹੈ, ਉਹਨਾਂ ਦਾ ਸਨਮਾਨ ਕੀ ਵਧਣਾ ਹੈ? ਜਿਹੜੇ ਉਹਨਾਂ ਦੇ ਚਰਨਾਂ 'ਤੇ ਸਿਰ ਰੱਖਦੇ ਨੇ ਉਹਨਾਂ ਦਾ ਸਨਮਾਨ ਵੱਧ ਜਾਂਦਾ। ਜਿਹੜੇ ਗੁਰੂ ਅਰਜਨ ਦੇਵ ਜੀ ਦਾ ਨਾਮ ਉਚਾਰਨ ਕਰਦੇ ਨੇ ਆਪਣੀ ਰਸਨਾ ਨਾਲ, ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ, ਉਹਨਾਂ ਦਾ ਵੀ ਸਨਮਾਨ ਵੱਧ ਜਾਂਦਾ। ਇਸ ਲਈ ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਦਫਾ ਫਿਰ ਆਖੋ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਕੈਸੇ ਬਚ ਹੈ ਜੋ ਦੋਖੀ ਗੁਰ ਕੋ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵੀ ਸੰਗਤਾਂ ਕਹਿਣ ਲੱਗ ਪਈਆਂ, ਲੋਕੀ ਕਹਿਣ ਲੱਗ ਪਏ ਬਈ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਦੋਖੀ ਹੈ ਉਹ ਬਚੇਗਾ ਕਿਵੇਂ? ਉਹ ਆਪਣਾ ਜੀਵਨ ਆਪ ਹੀ ਖਤਮ ਕਰਦਾ ਪਿਆ, ਜੜ ਆਪਣੀ ਆਪ ਉਹ ਪਾੜੀ ਜਿਓ, ਇਸ ਨੇ ਆਪਣੀ ਜੜ ਆਪ ਹੀ ਕੱਟ ਲਈ ਹੈ। ਕੌਣ ਬਚਾਏ ਹਤਿਓ ਸੋ ਤੁਰ ਕੋ। ਇਹਨੂੰ ਕੌਣ ਬਚਾ ਸਕਦਾ ਸੀ? ਤੇ ਧੁਰ ਦਰਗਾਹ ਤੋਂ ਮਾਰਿਆ ਗਿਆ। ਜਿਹਨੇ ਗੁਰੂ ਅਰਜਨ ਦੇਵ ਜੀ ਨੂੰ ਮਾਰਨ ਬਾਰੇ ਸੋਚਿਆ, ਸ਼ਰਾਪ ਦਿਓ ਗੁਰ ਸ਼ਬਦ ਬਣਾਏ। ਮਹਾਰਾਜ ਜੀ ਨੇ ਜੋ ਸ਼ਰਾਪ ਭਾਈ ਸਾਹਿਬ ਨੇ ਲਿਖਿਆ, ਲੋਕੀ ਕਹਿੰਦੇ ਹੋਣਗੇ ਵੀ ਸ਼ਰਾਪ ਦਿੱਤਾ ਹੈ, ਪਰ ਸਤਿਗੁਰੂ ਜੀ ਨੇ ਸ਼ਰਾਪ ਨਹੀਂ ਦਿੱਤਾ, ਬਲਕਿ ਸ਼ਬਦ ਵਿੱਚ ਸਾਰਾ ਖੁਲਾਸਾ ਕੀਤਾ ਹੈ। ਸੋ ਮੈਂ ਲਿਖਿਓ ਬਨ ਇਸ ਥਾਏ। ਭਾਈ ਸਾਹਿਬ ਜੀ ਕਹਿੰਦੇ ਨੇ ਸਾਡਾ ਉਹ ਸ਼ਬਦ ਇੱਥੇ ਲਿਖਣਾ ਥਾਏ ਹੈ, ਭਾਵ ਲਿਖਣਾ ਬਣਦਾ ਹੈ। ਉਹ ਸ਼ਬਦ ਅਸੀਂ ਇਸ ਥਾਂ ਨਾਲ ਲਿਖ ਦਿੰਦੇ ਹਾਂ। ਸ੍ਰੀ ਮੁਖ ਵਾਕ ਬਿਲਾਵਲ ਮਹੱਲਾ ਪੰਜਵਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ, ਮੁਬਾਰਕ ਮੁਖਾਰ ਬਿੰਦ ਤੋਂ ਬਿਲਾਵਲ ਰਾਗ ਵਿੱਚ ਇਹ ਸ਼ਬਦ ਉਚਾਰਨ ਹੋਇਆ ਹੈ। ਸੁਲਹੀ ਤੇ ਨਾਰਾਇਣ ਰਾਖ। ਪਾਰ ਬ੍ਰਹਮ ਪਰਮੇਸ਼ਰ ਕਰਤਾ ਪੁਰਖ ਨੇ ਸਾਨੂੰ ਸੁਲਹੀ ਤੋਂ ਬਚਾ ਲਿਆ। ਪਾਰ ਬ੍ਰਹਮ ਪਰਮੇਸ਼ਰ ਸਭ ਨੂੰ ਬਚਾਉਂਦਾ ਹੈ, ਪਰ ਅਹਿਸਾਸ ਵਿਰਲੇ ਵਿਰਲੇ ਨੂੰ ਹੁੰਦਾ। ਤੁਹਾਡੇ ਜਿਤਨੇ ਕੰਮਕਾਰ ਨੇ
ਇਹ ਸਾਰੇ ਚਲਾ ਪਾਰ ਬ੍ਰਹਮ ਪਰਮੇਸ਼ਰ ਰਿਹਾ, ਪਰ ਸਾਨੂੰ ਵਿਸ਼ਵਾਸ ਤੇ ਆਭਾਸ ਵਿਰਲਿਆਂ ਵਿਰਲਿਆਂ ਨੂੰ ਹੁੰਦਾ। ਅਸੀਂ ਸੋਚਦੇ ਹਾਂ ਮੈਂ ਇਹ ਕੀਤਾ, ਮੈਂ ਇਹ ਕੀਤਾ, ਮੇਰਾ ਮਾਣ ਸਨਮਾਨ ਤਾਂ ਹੋ ਗਿਆ, ਮੈਂ ਇਹ ਕੀਤਾ, ਮੈਂ ਫਲਾਣੇ ਨੂੰ ਇਹ ਗੱਲ ਕਹੀ, ਫਲਾਣੇ ਨੂੰ ਇਹ ਗੱਲ ਆਖੀ, ਇਹ ਮੇਰੀ ਚਲਾਕੀ। ਨਹੀਂ, ਸਾਰਿਆਂ ਦਾ ਕੰਮਕਾਰ ਮਾਣ ਸਤਿਕਾਰ ਪਾਰ ਬ੍ਰਹਮ ਪਰਮੇਸ਼ਰ ਨਾਰਾਇਣ ਆਪ ਕਰ ਰਹੇ। ਜਿਨ੍ਹਾਂ ਨੂੰ ਇਹ ਆਭਾਸ ਹੋ ਜਾਂਦਾ ਉਹਨਾਂ ਦਾ ਜੀਵਨ ਹੋਰ ਜ਼ਿਆਦਾ ਸੁੱਖ ਨਾਲ ਭਰ ਜਾਂਦਾ, ਹੋਰ ਬਰਕਤ ਨਾਲ ਭਰ ਜਾਂਦਾ। ਅਤੇ ਜਿਹੜੇ ਮੈਂ ਕਰਦੇ ਨੇ ਉਹਨਾਂ ਦਾ ਕੋਈ ਕਾਰਜ ਰਾਸ ਨਹੀਂ ਹੁੰਦਾ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਇੱਕ ਕੰਮ ਵੀ ਰਾਸ ਨਹੀਂ ਹੁੰਦਾ। ਹਾਂਜੀ, ਸੁਲਹੀ ਕਾ ਹਾਥ ਕਹੀ ਨ ਪਹੁੰਚੈ। ਮਹਾਰਾਜ ਕਹਿਣ ਲੱਗੇ ਸੁਲਹੀ ਦੀ ਕੀ ਤਾਕਤ ਹੈ। ਸੁਲਹੀ ਦਾ ਹੱਥ ਕਿਧਰੇ ਵੀ ਨਹੀਂ ਪਹੁੰਚਦਾ। ਭਾਵ ਇਹ ਹੈ ਕਿ ਜਿੱਥੋਂ ਤੱਕ ਪਰਮਾਤਮਾ ਦਾ ਹੱਥ ਪਹੁੰਚਦਾ ਹੈ ਉੱਥੋਂ ਤੱਕ ਕਿਸੇ ਸੁਲਹੀ ਦਾ ਹੱਥ ਥੋੜ੍ਹੀ ਪਹੁੰਚ ਸਕਦਾ। ਜਿੱਥੋਂ ਤੱਕ ਪਰਮਾਤਮਾ ਦਾ ਹੱਥ ਰਾਖੀ ਕਰਦਾ ਉੱਥੇ ਹੋਰ ਕੋਈ ਰਾਖੀ ਨਹੀਂ ਕਰ ਸਕਦਾ। ਰੋਜ਼ ਪੜ੍ਹਦੇ ਹੋ, ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਹੀਂ ਉੱਥੇ ਤੇਰੀ ਰੱਖ। ਕਿਹੜਾ ਉਹ ਥਾਂ ਹੈ ਜਿੱਥੇ ਹੋਰ ਕੋਈ ਮਦਦ ਸਾਡੀ ਨਹੀਂ ਕਰ ਸਕਦਾ? ਉਹ ਥਾਂ ਮਹਾਰਾਜ ਕਹਿੰਦੇ ਨੇ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ। ਜਦੋਂ ਅਸੀਂ 9 ਮਹੀਨੇ ਕੁਝ ਦਿਨ ਤਨ ਆਪਣੀ ਜਨਮ ਦੇਣ ਵਾਲੀ ਮਾਤਾ ਦੇ ਗਰਭ ਵਿੱਚ ਹੁੰਦੇ ਆ, ਉਸ ਵੇਲੇ ਸਾਡਾ ਇਲਾਜ ਕੌਣ ਕਰ ਸਕਦਾ? ਜੇ ਸਾਨੂੰ ਦਰਦ ਹੋਵੇ ਤਾਂ ਸਾਡਾ ਸਿਰ ਕੌਣ ਦਬਾਏ? ਜੇ ਸਾਨੂੰ ਪੇਟੇ ਬੈਠਾ ਹੋਵੇ ਸਾਡਾ ਇਲਾਜ ਕੌਣ ਕਰੇ? ਜੇ ਸਾਡੇ ਪੈਰ ਦੁਖਣ ਲੱਗ ਪੈਣ ਕੌਣ ਦਬਾਏ? ਸਾਨੂੰ ਬਿਮਾਰੀ ਗ੍ਰਸਿਆਂ ਨੂੰ ਦਵਾਈ ਕਿਵੇਂ ਕੋਈ ਦੇਵੇਗਾ? ਸਾਡਾ ਮੂੰਹ ਵੀ ਨਹੀਂ ਚੱਲ ਰਿਹਾ। ਉਦੋਂ ਤਾਂ ਅਸੀਂ ਨਾਭੀ ਰਾਹੀਂ ਮਾਤਾ ਦੇ ਸਰੀਰ ਦੇ ਤੱਤ ਪ੍ਰਾਪਤ ਕਰ ਰਹੇ ਹਾਂ। ਅਤੇ ਮਹਾਰਾਜ ਕਹਿੰਦੇ ਨੇ ਉੱਥੇ ਗਰਭ ਵਿੱਚ ਹੋਰ ਕੋਈ ਤੁਹਾਡੀ ਰਾਖੀ ਨਹੀਂ ਕਰ ਸਕਦਾ। ਕੋਈ ਰਾਜਾ ਮਹਾਰਾਜਾ ਸ਼ਹਿਨਸ਼ਾਹ ਰਾਖੀ ਨਹੀਂ ਕਰ ਸਕਦਾ। ਕੋਈ ਡਾਕਟਰ ਵੈਦ ਤਬੀਬ ਰਾਖੀ ਨਹੀਂ ਕਰ ਸਕਦਾ। ਉੱਥੇ ਰਾਖੀ ਕਰਨ ਵਿੱਚ ਹੋਰ ਸਮਰੱਥ ਕੋਈ ਨਹੀਂ। ਉੱਥੇ ਰਾਖੀ ਕਰਨ ਵਿੱਚ ਹੇ ਕਰਤਾ ਪੁਰਖ ਤੂੰ ਹੀ ਸਮਰੱਥ। ਇਸ ਲਈ ਜਿੱਥੋਂ ਤੱਕ ਤੇਰਾ ਹੱਥ ਪਹੁੰਚਦਾ ਹੈ ਪ੍ਰਭੂ ਉੱਥੋਂ ਤੱਕ ਕਿਸੇ ਸੁਲਹੀ ਦਾ ਹੱਥ ਨਹੀਂ ਪਹੁੰਚਦਾ। ਇਹ ਬੜੀ ਵਾਰੀ ਯਤਨ ਹੋਇਆ। ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਬੰਦ ਕੱਟ ਦਿੱਤੇ, ਖੋਪੜੀਆਂ ਉਤਾਰ ਦਿੱਤੀਆਂ, ਚਰਖੜੀਆਂ 'ਤੇ ਚਾੜ ਦਿੱਤਾ, ਦੇਗਾਂ ਵਿੱਚ ਉਬਾਲਿਆ ਗਿਆ, ਆਰਿਆਂ ਨਾਲ ਚੀਰਿਆ ਗਿਆ। ਅਤੇ ਮੈਂ ਅਰਜ਼ ਕਰਾਂ ਸੰਨ 84 ਵਿੱਚ ਜੈਨੋਸਾਈਡ ਹੈ। ਸਾਡੀ ਨਸਲਕੁਸ਼ੀ ਕਰਨ ਦਾ ਕੋਝਾ ਯਤਨ ਕੀਤਾ ਗਿਆ ਪਰ ਸਾਡਾ ਵਾਲ ਵਿੰਗਾ ਨਹੀਂ ਹੋਇਆ। ਫਿਰ ਉਸੇ ਤਰ੍ਹਾਂ ਹੀ ਜੈਕਾਰੇ ਗੱਜਦੇ ਪਏ ਨੇ ਅਤੇ ਨਗਾਰੇ ਵੱਜਦੇ ਪਏ ਨੇ। ਸ਼ਹੀਦ ਹੋਏ ਨੇ ਬਹੁਤ। ਉਹਨਾਂ ਸ਼ਹੀਦਾਂ ਦੇ ਖੂਨ ਦੇ ਡੁੱਲਣ ਨਾਲ ਕੌਮ ਨੂੰ ਹੋਰ ਬਲ ਮਿਲਦਾ ਹੈ। ਦਿਆ ਹੋ ਜਿਸੇ ਲਹੂ ਮਾਲੀ ਨੇ ਆਪਣਾ वो दौरे ख़ज़ां में भी गुलशन हरा है। बेधड़क वो कौम जिंदा है जिसका शहादत के फूलों से दामन भरा है। आज दुनिया ਨੂੰ फिर पता चल गया। अमेरिका देश ਦੇ ਰਾਸ਼ਟਰਪਤੀ ਨੂੰ ਵੀ ਇਹ ਕਹਿਣ 'ਤੇ ਮਜਬੂਰ ਹੋਣਾ ਪਿਆ ਕਿ ਅੱਜ ਕਰੋਨਾ ਮਹਾਮਾਰੀ ਦੇ ਸਮੇਂ ਅਗਰ ਸੀਸ ਤਲੀ 'ਤੇ ਰੱਖ ਕੇ ਮੈਦਾਨ ਵਿੱਚ ਕੋਈ ਲੋੜਵੰਦਾਂ ਪੀੜਤਾਂ ਦੀ ਮਦਦ ਕਰਨ ਲਈ ਆਇਆ ਹੈ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਖਾਲਸਾ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਆਏ। ਇਹ ਸਾਹਿਬਜ਼ਾਦੇ ਨੇ ਮਹਾਰਾਜ। ਇੱਕ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਤੁਸੀਂ ਸੁਣਿਆ ਜੋ ਸੀਸ ਤਲੀ 'ਤੇ ਰੱਖ ਕੇ
मैदाने जंग विच जूझे ने, पर इन्हां बीमारी दे हालातां विच सेवा करदियां देख के इंज लगदा है कि बाबा दीप सिंह अज भी हैगे, अज भी वो जूझते पे। ये मैदाने जंग है, घट ना समझना। खालसा पंथ अगे आया है, दस दिता लोगों कि साढ़े अंदर एको ही भाव है। ये गल वखरी है, सानू कोई वखवादी अतवादी कहता फिरे, उसकी मर्जी, वो कह सकता, उसकी जबान, उसका कलाम, उन्होंने कहने की आज़ादी है, कोई कुछ भी कह देवे। पर साड़ी करनी ने दस दिता कि इन्हां दा इक्को ही सिद्धांत है, नानक नाम चढ़दी कला, तेरे पाने सरबत का भला। हर पासे लुट मची हुई, तुसी देख लो। मैडिकेशन जगत हैगा, मैडिकल दवाइयां दा जगत, हैरान की हुई। पंजाब की धरती ते एक गुरु नानक मोदी खाना खुलिया, जिन्हों ने बुलंद बांग ये गल आखी कि जिहड़ी ये दवाई इंजैक्शन बाजार विच 150 का मिलता पिया, उसका मुल 20 रुपए तो ज़्यादा नहीं है। उन्हें सारा दस्या, वायरल होया। तो मैं उन्होंने एप्रीशिएट करना चाहता, तख्त श्री हरमंदर जी पटना साहब वालों कौम का सेवादार होने के नाते मैं उन्होंने सज्जणों नूं एप्रीशिएट करना चाहता कि गुरु करे थोड़ी भावना नूं होर फल लग जाए। तुसी दवाइयां दे लंगर वरताओ। हर जगह जब ब्लड डोनेशन कैंप लगते हैं तो सिख नौजवान बच्चे बच्चियां अपने खून दे लंगर ला दें। ये गल मन्नी हुई। इस चीज़ नूं देखदिया होया मैं अर्ज करा, ट्रंप वर्गियां नूं कहना पिया कि हर देश विच गुरुद्वारे चाहिए ने, ते हर देश विच गुरुद्वारे नूं मन्नण वाले गुरु दे सिख चाहिए। ये गुणां दी गल है, क्योंकि इन्हां दी राखी गुरु आप करता है। होर किसी दा हथ उत्थे नहीं पहुँचता जिथे परमेश्वर दा बल रूपी हथ पहुँचता है। सुलही का हाथ की पहुँचना होया, सुलही का हाथ कहीं ना पहुँचे, सुलही होए मुआ नापाक। पहले ही हिरदा नापाक हो गया। नापाक का मतलब अपवित्र, पाक साफ नहीं रहा, मन विच वैर बना लिया। बाहरों असी अपना जिस्म साबण नाल धो सकते हैं, पर मन दे वैर विरोध की मैल नूं नाम नाल ही धो सकते। भरी है मत पापां कै संग, ओ धोपै नामै कै रंग। वो नाम नहीं जप सकिया, नमाजी नहीं हो सकिया, चातर चलाक धोखेबाजी बनी रही अंदर। ते नाले इस्लाम मुताबिक जिहड़ा सड़ के मरे उन्होंने वैसे भी नापाक कहते हैं। काट कुठार कसम सिर काटिया। कुछ संगतां ने कहा भी महाराज ओदा सिर ओदे अपने गंडासे नाल कटिया गया। महाराज मुस्कुरा के कहन लगे, नहीं, वो गंडासे नाल नहीं कटिया गया, वो परमात्मा दा घोड़ा चलिया। इस तो डरना चाहिए। साध संगत बंदा माड़ा जिहा ज्ञान पा के 4 फुकरियां किताबां पढ़ के सोचण लग पैंदा भी मैं हुण बड़ा सियाणा, बड़ियां दलीलां दे के, बड़े झूठ बोल के, चलाकियां करके सोचदा मैं सब कुछ कर सकदा, मैं वड्डा हाँ, मैं कर सकदा, मैं कर सकदा। पर कौन दसे पुरखा ऐसा ना होवे कि तेरे हिरदे दे सल कपट हंकार नूं देख के सुलही खान दी तरह तेरे ते भी परमात्मा दा घोड़ा ना चल जाए। डर के रहना चाहिए, अदब विच रहना चाहिए। महाराज कहन लगे, कुहाड़ा कढ़ के खसम ने आप उसका सिर खट्टिया है। इन मह होए गया है
ਖਾਕ। ਤੇ ਜਿਹੜਾ ਖੁਦਾ ਬਣਿਆ ਫਿਰਦਾ ਸੀ ਇੱਕ ਪਲ ਵਿੱਚ ਖਾਕ ਦੋਜ਼ ਹੋ ਗਿਆ। ਮੰਦਾ ਚਿਤਵਤ ਪਚਿਆ। ਉਹ ਮੰਦਾ ਚਿਤਵਦਾ ਆਪ ਹੀ ਪਚ ਗਿਆ। ਜਿਨ ਰਚਿਆ ਤਿਨ ਦੀਨਾ ਧਾਕ। ਜਿਸ ਪਰਮਾਤਮਾ ਨੇ ਰਚਿਆ ਸੀ ਉਹਨੇ ਭੱਠੇ ਵਿੱਚ ਧੱਕ ਦਿੱਤਾ। ਪੁੱਤਰ ਮੀਤ ਤਨ ਕਿਛੂ ਨਾ ਰਹਿਓ। ਨਾ ਕੋਈ ਪੁੱਤਰ ਬਚਾ ਸਕਿਆ, ਨਾ ਕੋਈ ਮਿੱਤਰ ਬਚਾ ਸਕਿਆ, ਤੇ ਨਾ ਕੁਝ ਨਾਲ ਗਿਆ, ਧਨ ਆਦਿਕ ਕੁਝ ਨਾ ਬਚਿਆ। ਛੋਟ ਗਿਆ ਸਭ ਭਾਈ ਸਾਥ। ਬਸ ਆ ਅਸਲੀਅਤ ਹੈ ਸਾਧ ਸੰਗਤ। ਫਿਰ ਸਾਰੇ ਰਿਸ਼ਤੇਦਾਰ ਭਾਈ ਭੈਣ ਭਰਾ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੇਤ। ਸੁਲੀ ਖਾਨ ਦੇ ਪੁੱਤਰ ਨੇ ਹੀ ਦੇਖਿਆ ਬਈ ਧਨ ਮਿਲ ਰਿਹਾ ਤੂੰ ਆਪਣੇ ਬਿਆਨ ਬਦਲ ਲੈ। ਇਸ ਤਰ੍ਹਾਂ ਲੋਕ ਵਿਕ ਜਾਂਦੇ ਹਨ। ਉਹ ਨਾਨਕ ਤਿਸੀ ਪ੍ਰਭ ਬਲਿਹਾਰੀ। ਵਾਹ ਵਾਹ। ਜਿਨ ਜਨ ਕਾ ਕੀਨੋ ਪੂਰਨ ਵਾਕ। ਇੱਕ ਵਾਰੀ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ ਇਹ ਤਾਂ ਪਾਰ ਬ੍ਰਹਮ ਪਰਮੇਸ਼ਰ ਨੇ, ਮੈਂ ਉਸ ਦੇ ਚਰਨਾਂ ਤੋਂ ਵਾਰ ਨੇ ਬਲਿਹਾਰ ਨੇ ਜਾਣਾ ਜਿਹਨੇ ਆਪਣੇ ਸੇਵਕ ਦਾ ਬਚਨ ਪੂਰਾ ਕਰ ਦਿੱਤਾ, ਭਾਵ ਸਾਡੀ ਰਾਖੀ ਕਰ। ਸਾਨੂੰ ਉਸ ਦੇ ਕੁਹਾੜੇ ਤੋਂ ਆਪਣਾ ਕੁਹਾੜਾ ਚਲਾ ਕੇ ਬਚਾ ਲਿਆ। ਦੋਹਰਾ ਸ੍ਰੀ ਅਰਜਨ ਕੋ ਬੁਰਾ ਨਿਤ ਚਿਤਵਤ ਮੀਚ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨਿਤ ਬੁਰਾ ਚਿਤਵਦਿਆਂ ਮੌਤ ਆ ਪਈ। ਬਸ ਨ ਬਸਾਇਓ ਮੂਡ ਕੋ ਪਰਿਓ ਸੋ ਦੋਜਕ ਬੀਚ। ਮੂੜ ਦਾ ਕੁਝ ਵਸ ਨਾ ਚੱਲਿਆ, ਸਿੱਧਾ ਨਰਕ ਵਿੱਚ ਜਾ ਪਿਆ। ਚੋਪਈ ਗੁਰ ਦੋਖੀ ਕੀ ਦੁਰਗਤ ਹੋਏ। ਇਸ ਗੁਰੂ ਦੋਖੀ ਦੀ ਦੁਰਗਤ ਹੋਈ ਹੈ ਤੇ ਹਰ ਗੁਰੂ ਦੋਖੀ ਦੀ ਦੁਰਗਤੀ ਹੁੰਦੀ ਹੈ। ਹਿੰਦੂ ਕਿਦੋਂ ਤੁਰਕ ਹਵੈ ਕੋਏ। ਭਾਵੇਂ ਹਿੰਦੂ ਹੋਏ, ਭਾਵੇਂ ਮੁਸਲਮਾਨ ਹੋਵੇ, ਤੇ ਭਾਵੇਂ ਸਿੱਖੀ ਲਿਬਾਸ ਵਿੱਚ ਹੋ, ਜੇ ਗੁਰੂ ਘਰ ਦਾ ਦੋਖੀ ਹੈ, ਖਾਲਸਾ ਪੰਥ ਦਾ ਦੋਖੀ ਹੈ, ਉਹਦੀ ਦੁਰਗਤ ਹੀ ਹੋਵੇਗੀ। ਇੰਦਰ ਆਦ ਗੁਰ ਦੁਖ ਨਾ ਤਿਸ਼ਟੈ। ਔਰ ਇੰਦਰ ਵਰਗਾ ਬਲਸ਼ਾਲੀ ਵੀ ਸ੍ਰੀ ਗੁਰੂ ਦੇਵ ਜੀ ਦੇ ਬਰਾਬਰਤਾ ਨਹੀਂ ਕਰ ਸਕਦਾ। ਦੁਖ ਸਜਾਏ ਲੈ ਪਦ ਤੇ ਭ੍ਰਿਸ਼ਟੈ। ਉਹਦਾ ਪਦ ਵੀ ਭ੍ਰਸ਼ਟ ਹੋ ਜਾਂਦਾ ਹੈ, ਪਦਵੀ ਤੋਂ ਗਿਰ ਜਾਂਦਾ ਹੈ ਤੇ ਦੁੱਖ ਸਹਿੰਦਾ ਹੈ। ਖਿਮਾ ਨਿਧਾਨ ਗੁਰੂ ਨਹਿ ਰਿਸੈ। ਪਰ ਖਿਮਾ ਦਾ ਖਜ਼ਾਨਾ ਗੁਰੂ ਕਦੀ ਰਿਸਦਾ ਨਹੀਂ, ਕ੍ਰੋਧੀ ਨਹੀਂ ਹੁੰਦਾ। ਗੁਰੂ ਦਾ ਹਿਰਦਾ ਸਦਾ ਸ਼ਾਂਤ ਰਹਿੰਦਾ ਹੈ। ਆਪ ਪਰਮੇਸ਼ਰ ਨਾ ਸਹਿ ਤਿਸੈ। ਪਾਰ ਬ੍ਰਹਮ ਪਰਮੇਸ਼ਰ ਆਪ ਦੋਖੀ ਦਾ ਨਾਸ਼ ਕਰ ਦਿੰਦਾ ਹੋਏ ਹੈ। ਦਰਗਾਹ ਵਿਖੈ ਮੁਖ ਕਾਰਾ। ਤੇ ਮੂੰਹ ਦਾ ਜਿਹੜਾ ਦਰਗਾਹ ਵਿੱਚ ਗੁਰਮੁਖ ਦਾ ਉਜਲਾ ਹੁੰਦਾ, ਨਾਨਕ ਤੇ ਮੁਖ ਉਜਲੇ ਤੇ ਦੋਖੀਆਂ ਦਾ ਮੂੰਹ ਕਾਲਾ ਹੁੰਦਾ ਹੈ। ਮਰ ਕੁਮੋਤ ਪਰ ਨਰਕ ਮਝਾਰਾ। ਉਹ ਕੁਮੌਤ ਮਰ ਕੇ ਨਰਕ ਵਿੱਚ ਡਿੱਗਦੇ ਹਨ। ਸਭ ਪੁੰਨਨ ਕੋ ਹੋਏ ਬਿਨਾਸੀ। ਉਹਨਾਂ ਦੇ ਸ਼ੁਭ ਕਰਮ ਸਾਰੇ ਨਾਸ਼ ਹੋ ਜਾਂਦੇ ਹਨ। ਜਨਮੈ ਮਰਹਿ ਪਰਹਿ ਜਮ ਫਾਸੀ। ਜਮਾਂ ਦੀ ਫਾਈ ਗਲ 'ਚ ਪੈ ਜਾਂਦੀ ਹੈ, ਜੰਮਦਾ ਮਰਦਾ ਹੀ ਰਹਿੰਦਾ ਹੈ। ਇਮ ਸੁਲਹੀ ਗੁਰ ਦੋਖੀ ਮਰਿਓ। ਇਸ ਤਰ੍ਹਾਂ ਗੁਰੂ ਦਾ ਦੋਖੀ ਸੁਲਹੀ ਖਾਨ ਸੜ ਕੇ ਭਿਆਨਕ ਮੌਤ ਮਰ ਗਿਆ। ਘੋਰ ਨਰਕ ਮੈਂ ਤਤ ਛਿਨ ਪਰਿਓ। ਤੇ ਘੋਰ ਨਰਕ ਵਿੱਚ ਉਸੇ ਵੇਲੇ ਝਟਪਟ ਇਹ ਗੁਰੂ ਦੋਖੀ, ਗੁਰੂ ਨਿੰਦਕ, ਗੁਰੂ ਵੈਰੀ ਜਾ ਪਿਆ ਹੈ। ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ। ਇੱਥੇ ਚੌਥੀ ਰਾਸ ਦੇ 18ਵੇਂ ਅੰਸ਼ੂ ਦੀ ਸਮਾਪਨਤਾ ਹੁੰਦੀ ਹੈ। ਅਗਲੀ ਰਾਸ ਜਿਹੜੀ ਹੈ ਅੱਗੇ ਪ੍ਰਾਰੰਭ ਹੋਵੇਗੀ, ਜਾਂ ਦੂਜੇ ਸ਼ਬਦਾਂ 'ਚ ਕਹਿ ਲਈਏ ਕਿ ਇਹ ਜਿਹੜੀ ਪੋਥੀ ਹੈਗੀ ਹੈ 6ਵੀਂ ਜਿਲਦ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇੱਥੇ ਸਮਾਪਤ ਹੁੰਦੀ ਹੈ। 2300 ਇਹਦੇ ਪੰਨੇ ਪੂਰੇ ਹੋ ਗਏ ਨੇ। ਹੁਣ 7ਵੀਂ ਜਿਲਦ ਜਿਹੜੀ ਹੈ ਅੱਗੇ ਕੱਲ੍ਹ ਤੋਂ ਪ੍ਰਾਰੰਭ ਹੋਵੇਗੀ। ਮਹਾਰਾਜ ਮਿਹਰਾਂ ਕਰਨ, ਪ੍ਰੇਮ ਨਾਲ ਸਭ ਸਰਵਣ ਕਰਨ। ਹੁਣ ਸਮੇਂ ਦਾ ਤਕਾਜ਼ਾ ਹੈ, ਉਹ 2 ਮਿੰਟ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਐਸਾ ਮਹਾ ਮੰਤਰ ਜਿਹੜਾ ਸਭ ਦੁੱਖਾਂ ਦਾ ਨਾਸ਼ ਕਰ ਦਿੰਦਾ ਤੇ ਹਿਰਦੇ ਵਿੱਚ ਵਿਗਾਸ ਕਰਦਾ।
ਸਾਰੀਆਂ ਗਮੀਆਂ ਚਿੰਤਾਵਾਂ ਝੋਰੇ ਘਰ ਚੋਂ ਨਿਕਲ ਜਾਂਦੇ ਨੇ। ਤਨ ਰੋਗ ਰਹਿਤ ਤੇ ਮਨ ਸੋਗ ਰਹਿਤ ਹੋ ਜਾਂਦਾ ਤੇ ਬਰਕਤਾਂ ਨਾਲ ਘਰ ਭਰ ਜਾਂਦਾ। ਆਓ ਇਸ ਮਹਾ ਮੰਤਰ ਨਾਲ ਜੁੜੀਏ। ਵਾਹਿਗੁਰੂ 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 ਸਾਰੇ ਜਪੋ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਦਰੇ ਹਰ ਕਾਰ ਬੇਕਸਾਂ ਰਾ ਯਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਦਾ ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ ਹੈ। ਆਪ ਨੇ ਮਿਹਰ ਕੀਤੀ, ਦਇਆ ਨਾਲ ਨਿਵਾਜਿਆ ਹੈ ਮੇਰੇ ਸਾਹਿਬ ਜੀ। ਸੰਧਿਆ ਸਮੇਂ ਆਪਣੇ ਘਰ ਪਟਨਾ ਸਾਹਿਬ ਦੀਆਂ ਹਾਜ਼ਰੀਆਂ ਬਖਸ਼ੀਆਂ। ਸਮੂਹ ਸੰਗਤਾਂ ਦੀਆਂ ਭੇਟਾਵਾਂ ਦਰ ਪ੍ਰਵਾਨ ਕਰੋ। ਦਰੋਂ ਕਰੋ ਸਿੱਖੀ ਨਾਮਦਾਨ ਚੜ੍ਹਦੀ ਕਲਾ। ਕਾਰੋਬਾਰਾਂ 'ਚ ਸਫਲਤਾ, ਪਰਿਵਾਰਾਂ 'ਚ ਸੁਖ ਸ਼ਾਂਤੀ, ਸੰਪੂਰਨ ਦੇਹ ਅਰੋਗਤਾ ਬਖਸ਼ਿਸ਼ ਕਰੋ ਮਹਾਰਾਜ। ਬੱਚਿਆਂ ਨੂੰ ਗੁਰਬਾਣੀ ਗੁਰਮਤਿ ਦਾ ਗਿਆਨ ਤੇ ਬਜ਼ੁਰਗਾਂ ਦਾ ਸਨਮਾਨ ਦੇ ਕੇ ਨਿਵਾਜ। ਇਸ ਕਰੋਨਾ ਮਹਾਮਾਰੀ ਤੋਂ ਜਗਤ ਦੀ ਆਪ ਰਾਖੀ ਕਰੋ। ਜੋ ਜੀ ਆਪ ਜੀ ਕੇ ਘਰ ਆਵੇ ਸੋ ਰਾਜੀ ਜਾਵੇ। ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ